ਗਿਆਨੀ ਕਰਮਵੀਰ ਸਿੰਘ ਜੀ ਉਹਨਾਂ ਪਾਸੋਂ ਪਾਵਨ ਗੁਰਬਾਣੀ ਗੁਰ ਇਤਿਹਾਸ ਦੀ ਕਥਾ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਆਦ ਨਿਰੰਜਨ ਹੈ ਗੁਰ ਨਾਨਕ, ਧਾਰ ਕੇ ਮੂਰਤ ਹੈ ਜਾਗੇ ਆਇਓ। ਲੋਕ ਸੁਣਿਓ ਪਰ ਲੋਕ ਸੁਣਿਓ, ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰੇ ਉਤਾਰਨ ਕੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਗੁਰ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਾਗੇ ਆਇਓ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ। ਗੁਰ ਬਿਨ ਸੁਰਤ ਨਾ ਸਿਧ, ਗੁਰੂ ਬਿਨ ਮੁਕਤ ਨਾ ਪਾਵੈ। ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ। ਗੁਰ ਕਰ ਸ਼ਬਦ ਸਪਨ, ਅਗਨ ਕੱਟਹਿ ਸਭ ਤੇਰੇ। ਗੁਰ ਨੈਣ ਬੈਣ ਗੁਰ ਗੁਰ ਕਰਹੁ, ਗੁਰੂ ਸਤ ਕਵ ਨਲ ਕਹੈ। ਜਿਨ ਗੁਰੂ ਨਾ ਦੇਖਿਓ ਨਹੁ ਕੀਓ, ਤੇ ਅਕਿਆਥ ਸੰਸਾਰ ਮਹਿ। ਗੁਰ ਕੇ ਬਚਨ ਸਤ ਜੀ ਧਾਰੋ, ਮਾਨਸ ਜਨਮ ਦੇਹ ਨਿਸਤਾਰੋ। ਗੁਰ ਜਹਾਜ ਖੇਵਟ ਗੁਰੂ, ਗੁਰ ਬਿਨ ਤਰਿਆ ਨਾ ਕੋਏ। ਗੁਰ ਪ੍ਰਸਾਦ ਪ੍ਰਭ ਪਾਈਐ, ਗੁਰ ਬਿਨ ਮੁਕਤ ਨਾ ਹੋਏ। ਗੁਰੂ ਬਚਨ ਪਾਲਿਓ ਨਹੀਂ, ਸਿੰਘ ਮਨ ਕੋ ਨਹੀਂ ਮਾਰ। ਗੁਰ ਬਚਨ ਸਿੰਘ ਕੀ ਬੇਨਤੀ, ਲਾਜ ਤੋਹਿ ਨਿਰੰਕਾਰ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੇਹੁ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਿਲੰਗ ਮਹੱਲਾ ਨਾਵਾ। ਕਾਫੀ ਇਕ ਓੰਕਾਰ ਸਤਿਗੁਰ ਪ੍ਰਸਾਦ। ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਨੀ। ਛਿਨ ਛਿਨ ਓਦ ਬਿਹਾਤ ਹੈ, ਫੂਟੇ ਕੱਟ ਜੋ ਪਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਜਾਗਦੀ ਜੋਤ, ਚਵਰ ਤਖਤ ਛਤਰ ਸਿੰਘਾਸਣ ਦੇ ਮਾਲਕ, ਗਰੀਬ ਨਿਵਾਜ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਮਹਾਰਾਜ ਜੀਆਂ ਨੇ ਬੇਅੰਤ ਅਪਾਰ ਕਿਰਪਾ ਕੀਤੀ ਹੈ, ਜੋ ਸਾਨੂੰ ਸਤ ਸੰਗਤ ਵਿੱਚ ਹਜੂਰ ਲੈ ਕੇ ਆਏ ਹਨ। ਹਜੂਰ ਨੇ ਸੁੰਦਰ ਸਮਾਂ ਬਖਸ਼ਿਆ ਹੈ, ਜੋ ਆਪ ਸਰਬੱਤ ਸੰਗਤਾਂ ਆਪਣੇ ਕੀਮਤੀ ਸਵਾਸ ਹਜੂਰ ਦੇ ਚਰਨਾਂ ਵਿੱਚ ਬਤੀਤ ਕਰ ਰਹੇ ਹੋ। ਆਓ ਸਾਧ ਸੰਗਤ ਜੀ, ਜਿਸ ਤਰ੍ਹਾਂ ਧੰਨ ਧੰਨ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਬਾਬਾ ਬਕਾਲਾ ਸਾਹਿਬ ਜੀਆਂ ਦੀ ਧਰਤੀ ਤੇ ਹਜੂਰ ਸੱਜ ਬੈਠੇ ਹਨ,
ਜਿਸ ਤਰ੍ਹਾਂ ਬਚਨ ਆਉਂਦੇ ਹਨ। ਸਾ ਧਰਤੀ ਪਈ ਹਰਿਆਵਲੀ, ਜਿੱਥੈ ਮੇਰਾ ਸਤਿਗੁਰ ਬੈਠਾ ਆਏ। ਸੇ ਜੰਤ ਭਏ ਹਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਜਿਸ ਤਰ੍ਹਾਂ ਸਾਧ ਸੰਗਤ ਜੀ ਉਹ ਜੰਤ ਵੀ, ਉਹ ਜੀਵ ਵੀ ਹਰੇ ਭਰੇ ਹੋ ਜਾਂਦੇ ਹਨ, ਉਹਨਾਂ ਦੇ ਹਿਰਦੇ ਖਿੜ ਜਾਂਦੇ ਹਨ, ਜੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਆਪਣੇ ਨੇਤਰਾਂ ਕਰਕੇ ਹਜੂਰ ਦੇ ਦਰਸ਼ਨ ਕਰਦੇ ਹਨ। ਹਜੂਰ ਦੇ ਦਰਸ਼ਨ ਪਰਸਨ ਮਾਤਰ ਸੇ ਹੀ ਹਿਰਦੇ ਸਾਧ ਸੰਗਤ ਜੀ ਖਿੜ ਜਾਇਆ ਕਰਦੇ ਹਨ। ਜਿਸ ਤਰ੍ਹਾਂ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਬਾਬਾ ਬਕਾਲਾ ਸਾਹਿਬ ਜੀਆਂ ਦੀ ਧਰਤੀ ਨੂੰ ਗਰੀਬ ਨਿਵਾਜ ਭਾਗ ਲਾ ਰਹੇ ਹਨ। ਸੰਗਤਾਂ ਆ ਕੇ ਦਰਸ਼ਨ ਕਰਦੀਆਂ ਹਨ। ਦਰਸ਼ਨ ਕਰਦਿਆਂ ਠੰਡ ਪੈ ਜਾਂਦੀ ਹੈ। ਸਭ ਸਾਧ ਸੰਗਤ ਜੀ ਜੇ ਕੋਈ ਪ੍ਰਸ਼ਨ ਲੈ ਕੇ ਆਉਂਦਾ ਹੈ, ਸਾਧ ਕੇ ਸੰਗ ਨਹੀਂ ਕਿਛ ਘਾਲ, ਦਰਸ਼ਨ ਭੇਟਤ ਹੋਤ ਨਿਹਾਲ। ਮਹਾਰਾਜ ਜੀਆਂ ਦੇ ਪਾਸ ਕਈ ਸਾਧੂ ਮਹਾਤਮਾ ਪ੍ਰਸ਼ਨ ਤਾਂ ਲੈ ਕੇ ਆਉਂਦੇ ਹਨ, ਪਰ ਦਰਸ਼ਨ ਕਰਦਿਆਂ ਹੀ ਸਭ ਪ੍ਰਸ਼ਨਾਂ ਦੇ ਉੱਤਰ ਮਿਲ ਜਾਂਦੇ ਹਨ। ਕੋਈ ਮਨ ਵਿੱਚ ਸ਼ੰਕਾ ਹੀ ਨਹੀਂ ਰਹਿੰਦਾ। ਫਿਰ ਹੱਥ ਜੋੜ ਕੇ ਕਹਿੰਦੇ ਹਨ, ਮਹਾਰਾਜ ਜੀ ਕੋਈ ਉਪਦੇਸ਼ ਬਖਸ਼ੋ। ਤਾਂ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਅੱਜ ਸਾਧ ਸੰਗਤ ਜੀ ਤਲੰਗ ਰਾਗ ਵਿੱਚ ਹਜੂਰ ਨੇ ਜਿਸ ਤਰ੍ਹਾਂ ਉਪਦੇਸ਼ ਬਖਸ਼ਿਆ ਹੈ ਗੁਰਸਿੱਖ ਸੰਗਤਾਂ ਨੂੰ, ਹਜੂਰ ਮੁਖ ਤੋਂ ਬਚਨ ਫਰਮਾਉਂਦੇ ਹਨ। ਅੰਤਰ ਪਿਆਸ ਉਠੀ ਪ੍ਰਭ ਕੇਰੀ, ਸੁਰ ਸੁਣ ਗੁਰ ਬਚਨ ਮਨ ਤੀਰ ਲਗਈਆ। ਜਿਨ੍ਹਾਂ ਦੇ ਅੰਦਰ ਸਾਧ ਸੰਗਤ ਜੀ ਪਿਆਸ ਉੱਠ ਪੈਂਦੀ ਹੈ ਇਸ ਮਾਰਗ ਤੇ ਚੱਲਣ ਦੀ, ਹਜੂਰ ਦੇ ਚਰਨਾਂ ਦੇ ਗੁਰਸਿੱਖ ਜਿਹੜੇ ਭੌਰੇ ਹੋ ਜਾਂਦੇ ਹਨ, ਫਿਰ ਸਾਧ ਸੰਗਤ ਜੀ ਗੁਰੂ ਦੇ ਜੋ ਬਚਨ ਹਨ ਉਹ ਮਨ ਦੇ ਵਿੱਚ ਅਣਿਆਲੇ ਤੀਰਾਂ ਦੀ ਨਿਆਈ ਵੱਜਦੇ ਹਨ। ਆ ਕੇ ਮਨ ਕੀ ਬਿਰਥਾ ਮਨ ਹੀ ਜਾਣੈ, ਅਵਰ ਕੇ ਜਾਣੈ ਪੀਰ ਪਰਈਆ। ਫਿਰ ਉਹਨਾਂ ਦੇ ਮਨ ਦੀ ਹਾਲਤ ਜਾਂ ਤਾਂ ਉਹ ਆਪ ਹੀ ਜਾਣਦੇ ਹਨ ਕਿ ਕੈਸੀ ਪ੍ਰੀਤ ਲੱਗ ਜਾਂਦੀ ਹੈ। ਬੇਅੰਤ ਇਤਿਹਾਸ ਵਿੱਚ ਜ਼ਿਕਰ ਆਉਂਦੇ ਹਨ। ਲੋਕ ਗੁਰਸਿੱਖਾਂ ਨੂੰ ਆਖਦੇ ਸਨ ਕਿ ਇਹ ਗੁਰਸਿੱਖ ਤਾਂ ਲੱਗਦਾ ਹੈ ਜਿਸ ਤਰ੍ਹਾਂ ਪਾਗਲ ਹੋ ਗਏ ਹਨ। ਐਸਾ ਪ੍ਰੇਮ ਉਹਨਾਂ ਦੇ ਹਿਰਦੇ ਵਿੱਚ ਜਾਗਿਆ ਹੈ। ਜਿਸ ਤਰ੍ਹਾਂ ਪਿੱਛੇ ਆਪ ਜੀਆਂ ਨੇ ਭਾਈ ਮੀਹਾਂ ਜੀਆਂ ਦਾ ਪ੍ਰਸੰਗ ਸ਼ਰਵਣ ਕੀਤਾ ਸੀ। ਸਾਧ ਸੰਗਤ ਜੀ ਜਾਂ ਤਾਂ ਗੁਰੂ ਸਾਹਿਬ ਜਾਣਦੇ ਹਨ ਕਿ ਕੈਸੀ ਪ੍ਰੀਤ ਲੱਗ ਜਾਂਦੀ ਹੈ, ਬਾਣੀ ਤੋਂ ਸਿਵਾ ਆਪਣਾ ਜੀਵਨ ਹੀ ਨਹੀਂ ਸਮਝਦੇ, ਮੌਤ ਸਮਝਦੇ ਹਨ ਆਪਣੀ। ਇਸ ਤਰ੍ਹਾਂ ਸਾਧ ਸੰਗਤ ਜੀ ਸੁਣ ਸੁਣ ਨਾਮ ਤੁਮਾਰਾ ਪ੍ਰੀਤਮ, ਮਹਾਰਾਜ ਜੀ ਪ੍ਰਭ ਪੇਖਣ ਕਾ ਚਾਓ। ਜਿਸ ਸਮੇਂ ਗੁਰਸਿੱਖ ਪ੍ਰੇਮ ਨਾਲ ਅਤੇ ਸ਼ਰਧਾ ਦੇ ਨਾਲ ਹਜੂਰ ਦੀ ਅੰਮ੍ਰਿਤ ਗੁਰਬਾਣੀ ਦੀ ਕਥਾ ਸੁਣਦੇ ਹਨ, ਸੁਣ ਸੁਣ ਨਾਮ ਤੁਮਾਰਾ ਪ੍ਰੀਤਮ, ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਾਡੇ ਵੀ ਮਨ ਵਿੱਚ ਪ੍ਰਭ ਪੇਖਣ ਕਾ ਚਾਓ। ਹਜੂਰ ਆਪ ਜੀਆਂ ਦੇ ਦਰਸ਼ਨਾਂ ਦਾ ਚਾਅ ਉਪਜਿਆ ਹੈ। ਸਾਧ ਸੰਗਤ ਜੀ ਕਥਾ ਦੀ ਮਹਾਨਤਾ ਹੀ ਇਹ ਹੈ, ਸੁਣਿਆ ਲਾਗੈ ਸਹਿਜ ਧਿਆਨ। ਜਿੱਥੋਂ ਕਥਾ ਆਈ ਹੁੰਦੀ ਹੈ ਉੱਥੇ ਲੈ ਜਾਂਦੀ ਹੈ। ਆਓ ਆਪਣੇ ਸੁਰ ਤੇ ਬਾਬਾ ਬਕਾਲਾ ਸਾਹਿਬ ਜੀਆਂ ਦੀ ਧਰਤੀ ਤੇ ਲੈ ਚੱਲੀਏ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਜ ਬੈਠੇ ਹਨ। ਗੁਰਸਿੱਖਾਂ ਦੇ ਕੋਈ ਪ੍ਰਸ਼ਨ ਹੀ ਨਹੀਂ ਰਹੇ। ਹੁਣ ਹਜੂਰ ਆਪ ਗੁਰਸਿੱਖਾਂ ਨੂੰ ਜਿਸ ਤਰ੍ਹਾਂ ਉਪਦੇਸ਼ ਦੇ ਰਹੇ ਹਨ, ਮਨ ਚਿੱਤ ਬਿਰਤੀਆਂ ਕਾਗਰ ਕਰਕੇ ਸੱਚੇ ਸਤਿਗੁਰਾਂ ਨੂੰ ਸੀਸ ਝੁਕਾਉਂਦੇ ਹੋਏ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਲੰਗ ਮਹੱਲਾ ਨਾਵਾ ਕਾਫੀ। ਤਲੰਗ ਮਹੱਲਾ ਨਾਵਾ। ਤਲੰਗ ਰਾਗ ਦੇ ਵਿੱਚ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਿਰਪਾ ਕਰ ਰਹੇ ਹਨ। ਤੇ ਕਾਫੀ ਇਹ ਰਾਗਣੀ ਦੀ ਸਾਧ ਜਿਸ ਤਰ੍ਹਾਂ ਹੈ ਸਾਧ ਸੰਗਤ ਜੀ, ਕਾਫੀ ਤੋਂ ਭਾਵ ਕਿ ਮਹਾਰਾਜ ਜੀ ਕਹਿੰਦੇ ਹਨ ਇਹ ਇੱਕ ਸ਼ਬਦ ਹੀ ਕਾਫੀ ਹੈ। ਸਾਧ ਸੰਗਤ ਜੀ ਮਹਾਰਾਜ ਜੀ ਕਹਿੰਦੇ ਹਨ ਇਹ ਇੱਕੋ ਸ਼ਬਦ ਤੇਰਾ ਪਾਰ ਉਤਾਰਾ ਕਰ ਦੇਵੇਗਾ ਜੇ ਤੂੰ ਮਨ ਵਿੱਚ ਵਸਾ ਲਏਗਾ। ਇੱਕ ਸ਼ਬਦ ਕਾਫੀ ਹੈ, ਤੇਰੇ ਸਭ ਡਰ ਚੱਕੇ ਜਾਣਗੇ। ਜਿਹੜਾ ਤੈਨੂੰ ਮੌਤ ਦਾ ਡਰ ਲੱਗਾ ਰਹਿੰਦਾ ਹੈ ਉਹ ਤੇਰੇ ਵਿੱਚੋਂ ਖੰਭ ਲਾ ਕੇ ਉੱਡ ਜਾਵੇਗਾ। ਵਿਸ਼ੇ ਵਿਕਾਰ ਤੇਰੇ ਤੋਂ ਭੱਜ ਜਾਣਗੇ। ਇਹ ਇੱਕ ਸ਼ਬਦ ਹੀ ਕਾਫੀ ਹੈ। ਮਹਾਰਾਜ ਜੀ ਕਿਰਪਾ ਕਰਕੇ ਸਾਡੇ ਗਰੀਬਾਂ ਤੇ ਵੀ ਮਿਹਰ ਕਰੋ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਹਜੂਰ ਸਭ ਤੋਂ ਪਹਿਲਾ ਮੰਗਲਾ ਚਰਨ ਜਿਸ ਤਰ੍ਹਾਂ ਉਚਾਰਦੇ ਹਨ,
ਭਾਵ ਅਰਦਾਸ ਕਰਦੇ ਹਨ। ਇੱਕ ਓੰਕਾਰ, ਉਹ ਪਰਮਾਤਮਾ ਇੱਕ ਹੈ ਜੋ ਸਰਬ ਦਾ ਪ੍ਰਕਾਸ਼ਕ ਹੈ। ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਚੇਤਨਾ ਹੈ ਤੋ ਚੇਤ ਲੈ। ਮਹਾਰਾਜ ਜੀ ਕਹਿੰਦੇ ਹਨ, ਜੇ ਤੂੰ ਚੇਤਨਾ ਹੈ, ਭਾਵ ਜੇ ਚੇਤੇ ਕਰਨਾ ਹੈ ਤਾਂ ਹੁਣੇ ਹੀ ਚੇਤੇ ਕਰ ਲਾ। ਨਿਸ ਦਿਨ ਮੈਂ ਪ੍ਰਾਨੀ। ਨਿਸ ਦਿਨ ਮੈਂ ਪ੍ਰਾਨੀ, ਭਾਵ ਹੈ ਪ੍ਰਾਣਾਧਾਰੀ ਜੀਵ, ਨਿਸ ਦਿਨ ਰਾਤ ਦਿਨ ਤੂੰ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਕਰਿਆ ਕਰ। ਛਿਨ ਛਿਨ ਓਦ ਬਿਹਾਤ ਹੈ। ਮਹਾਰਾਜ ਜੀ ਫਰਮਾਉਂਦੇ ਹਨ, ਛਿਨ ਛਿਨ ਦੀ ਸੰਗਿਆ ਦੇ ਨਾਲ, ਭਾਵ ਸਵਾਸ ਸਵਾਸ ਤੇਰੀ ਉਮਰ ਲੰਘਦੀ ਜਾ ਰਹੀ ਹੈ। ਤੂੰ ਸੋਚਦਾ ਹੈ ਵੱਡਾ ਹੋ ਰਿਹਾ ਹੈ। ਜਨਨੀ ਜਾਣਤ ਸੁਤ ਵੱਡਾ ਹੋਤ ਹੈ, ਇਤਨਾ ਕ ਨਾ ਜਾਣੈ ਕਿ ਦਿਨ ਦਿਨ ਅਵਧ ਘਟਤ ਹੈ। ਮਾਤਾ ਸੋਚਦੀ ਹੈ ਮੇਰਾ ਪੁੱਤਰ 18 ਤੋਂ ਹੁਣ 20 ਸਾਲਾਂ ਦਾ ਜਵਾਨ ਹੋ ਗਿਆ ਹੈ, ਪਰ ਉਤੋਂ ਮੌਤ ਕਾਲ ਹੱਸਦਾ ਹੈ ਕਿ ਭੋਲੀ ਮਾਂ ਮੋਹ ਵਿੱਚ ਇੰਨਾ ਨਹੀਂ ਜਾਣਦੀ ਕਿ ਉਮਰ ਵੱਧ ਨਹੀਂ ਘਟ ਰਹੀ ਹੈ। ਹਜੂਰ ਕਹਿੰਦੇ ਹਨ, ਛਿਨ ਛਿਨ ਦੀ ਸੰਗਿਆ ਨਾਲ ਤੇਰੀ ਉਮਰ ਬਤੀਤ ਹੁੰਦੀ ਜਾ ਰਹੀ ਹੈ। ਫੂਟੈ ਕਟ ਜਿਉ ਪਾਣੀ। ਮਹਾਰਾਜ ਜੀ ਕਿਸ ਤਰ੍ਹਾਂ ਉਮਰ ਬਤੀਤ ਹੁੰਦੀ ਜਾ ਰਹੀ ਹੈ? ਹਜੂਰ ਕਹਿੰਦੇ ਹਨ, ਜਿਸ ਤਰ੍ਹਾਂ ਟੁੱਟੇ ਹੋਏ ਘੜੇ ਦੇ ਵਿੱਚੋਂ ਪਾਣੀ ਸਿਮ ਸਿਮ ਕੇ ਖਾਲੀ ਹੁੰਦਾ ਜਾ ਰਿਹਾ ਹੈ, ਇਸ ਤਰ੍ਹਾਂ ਬੰਦਿਆ ਦੇਖ ਤੇਰੀ ਉਮਰ ਲੰਘਦੀ ਜਾ ਰਹੀ ਹੈ, ਆਰੰਭ ਤੋਂ ਹੀ ਇਸੇ ਤਰ੍ਹਾਂ। ਚੇਤਨਾ ਹੈ ਤੋ ਚੇਤ ਲੈ। ਮਹਾਰਾਜ ਜੀ ਕਹਿੰਦੇ ਹਨ, ਚੇਤੇ ਕਰ ਲਾ। ਹਜੂਰ ਕੀ ਚੇਤੇ ਕਰ ਲਈਏ? ਹਜੂਰ ਕਹਿੰਦੇ ਹਨ, ਜਿਸ ਸਮੇਂ ਤੂੰ ਆਪਣੇ ਮਾਤਾ ਦੇ ਉਦਰ ਵਿੱਚ ਸੀ, ਮੁਖ ਤਲੈ ਪੈਰ ਉੱਪਰੇ, ਵਿਸੰਦੋ ਕੋਥੜੇ ਥਾਏ। ਮਹਾਰਾਜ ਜੀ ਕਹਿੰਦੇ ਸਨ, ਜਿਸ ਤਰ੍ਹਾਂ ਮੁਖ ਤੇਰਾ ਤੂੰ ਪੁੱਠਾ ਲਟਕਿਆ ਹੋਇਆ ਸੀ ਮਾਤਾ ਦੇ ਆਪਣੇ ਉਦਰ ਦੇ ਵਿੱਚ। ਸਾਧ ਸੰਗਤ ਜੀ, ਅੱਜ ਸਾਇੰਸ ਦੱਸਦੀ ਹੈ ਕਿ ਮਾਤਾ ਦੇ ਪੇਟ ਦੇ ਵਿੱਚ ਬੱਚਾ ਪੁੱਠਾ ਜਿਸ ਤਰ੍ਹਾਂ ਹੁੰਦਾ ਹੈ, ਪਰ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਸਾਧ ਸੰਗਤ ਜੀ, ਅੱਜ ਵਰਗੀਆਂ ਟੈਕਨੀਕਾਂ ਟੈਕਨੋਲੋਜੀ ਨਾ ਸੀ ਹੁੰਦੀ ਉਸ ਸਮੇਂ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਫਰਮਾਉਂਦੇ ਹਨ, ਮੁਖ ਤਲੈ, ਮੁਖ ਤੇਰਾ ਥੱਲੇ ਨੂੰ ਸੀ, ਪੈਰ ਉੱਪਰੇ, ਪੈਰ ਤੇਰੇ ਉੱਪਰ ਨੂੰ ਸੀ, ਵਸੰਦੋ ਕੋਥੜੇ ਥਾਏ, ਨਾਨਕ ਸੋ ਧਣੀ ਕਿਉਂ ਵਸਾਰਿਓ, ਉਧਰਹਿ ਜਿਸ ਦਾ ਨਾਏ। ਮਹਾਰਾਜ ਜੀ ਕਹਿੰਦੇ ਹਨ, ਉਸ ਅਕਾਲ ਪੁਰਖ ਵਾਹਿਗੁਰੂ ਧਣੀ ਨੂੰ ਤੂੰ ਕਿਉਂ ਵਸਾਰ ਛੱਡਿਆ ਹੈ, ਜਿਸ ਨੂੰ ਅੱਗੇ ਤੂੰ ਅਰਦਾਸਾਂ ਕੀਤੀਆਂ ਸੀ, ਮਹਾਰਾਜ ਮੈਨੂੰ ਇਸ ਔਖੀ ਘੜੀ ਵਿੱਚੋਂ ਕੱਢੋ, ਮੈਂ ਜਨਮ ਲੈ ਕੇ ਆਪ ਜੀਆਂ ਦਾ ਨਾਮ ਚੇਤੇ ਕਰਾਂਗਾ। ਮਹਾਰਾਜ ਜੀ ਕਹਿੰਦੇ ਹਨ, ਚੇਤਨਾ ਹੈ, ਭਾਵ ਜੇ ਤੈਨੂੰ ਚੇਤੇ ਹੈ ਤਾਂ ਚੇਤ ਲੈ, ਤਾਂ ਚੇਤਾ ਕਰ ਲੈ ਤੂੰ ਕਿਹੜੇ ਕਰਾਰ ਕਰਕੇ ਆਇਆ ਸੀ। ਚੇਤਾ ਆਈ ਤਾਂ ਚੇਤ ਸਾਹਿਬ ਸੱਚਾ ਸੋ ਧਣੀ। ਮਹਾਰਾਜ ਜੀ ਕਹਿੰਦੇ ਹਨ, ਜਿਸ ਤਰ੍ਹਾਂ ਜੋ ਗੁਰਮੁਖ ਹੁੰਦੇ ਹਨ, ਗੁਰਮੁਖ ਕਰਾਂ ਉੱਪਰ ਹਰ ਚੇਤਿਆ। ਜਿਹੜੇ ਗੁਰਮੁਖ ਹੁੰਦੇ ਆ ਸਾਧ ਸੰਗਤ ਜੀ, ਫਿਰ ਉਹਨਾਂ ਨੂੰ ਕਰਾਂ ਭਾਵ ਕਰਾਰ ਚੇਤੇ ਹੁੰਦੇ ਹਨ, ਜੋ ਮਾਤਾ ਦੇ ਉਦਰ ਵਿੱਚ ਜੋ ਉਹਨਾਂ ਨੇ ਕੀਤੇ ਸੀ। ਜਾਂ ਫਿਰ ਗੁਰਮੁਖ ਕਰਾਂ ਉੱਪਰ ਹਰ ਚੇਤਿਆਂ, ਕਰਾਂ ਭਾਵ ਹੱਥਾਂ ਦੇ ਪੋਟਿਆਂ ਤੇ ਗੁਰਸਿੱਖ ਵਾਹਿਗੁਰੂ ਦਾ ਨਾਮ ਚੇਤੇ ਰੱਖਦੇ ਹਨ। ਨਿਸ ਦਿਨ ਮੈਂ ਪ੍ਰਾਨੀ। ਮਹਾਰਾਜ ਜੀ ਕਹਿੰਦੇ ਹਨ, ਨਿਸ ਦਿਨ, ਰਾਤ ਤੇ ਦਿਨ। ਹਜੂਰ ਕਿੰਨਾ ਸਮਾਂ ਨਾਮ ਜਪਣਾ ਚਾਹੀਦਾ ਹੈ? ਹਜੂਰ ਕਹਿੰਦੇ ਹਨ, ਰਾਤ ਦਿਨ ਚੇਤੇ ਕਰਿਆ ਕਰ ਉਸ ਅਕਾਲ ਪੁਰਖ ਵਾਹਿਗੁਰੂ ਨੂੰ। ਇਸੇ ਤਰ੍ਹਾਂ ਹੀ ਚੇਤਨਾ ਹੈ। ਚੇਤਨਾ ਹੈ ਤੋ ਚੇਤ ਲੈ। ਮਹਾਰਾਜ ਜੀ ਕਹਿੰਦੇ ਹਨ, ਚੇਤ ਨਾ, ਭਾਵ ਜੇ ਤੈਨੂੰ ਚੇਤੇ ਨਹੀਂ ਨਾ ਹੈਗਾ, ਹਜੂਰ ਕਹਿੰਦੇ ਹਨ ਤੈਨੂੰ ਅਸੀਂ ਚੇਤੇ ਕਰਾਉਣੇ ਹਾਂ। ਦੇਖ ਤੂੰ ਹੁਣ ਚੇਤੇ ਕਰ ਲਾ, ਤੂੰ ਸਾਡਾ ਪੁੱਤਰ ਹੈ ਤੇ ਤੈਨੂੰ ਆਪਣਾ ਜਾਣ ਕੇ ਅਸੀਂ ਕਹਿੰਦੇ ਹਾਂ। ਜੇ ਤੈਨੂੰ ਚੇਤਾ ਨਹੀਂ ਮਹਾਰਾਜ ਜੀ, ਅਸੀਂ ਭੁੱਲ ਜਾਂਦੇ ਹਾਂ, ਸਾਨੂੰ ਕੋਈ ਪਤਾ ਨਹੀਂ ਕੀ ਕਰਾਰ ਕੀਤੇ ਨੇ, ਕੀ ਹਜੂਰ ਉੱਪਰ ਦੀ ਗੱਲਾਂ ਲੰਘ ਜਾਂਦੀਆਂ ਨੇ। ਹਜੂਰ ਕਹਿੰਦੇ ਆ, ਦੇਖ ਫਿਰ ਤੈਨੂੰ ਅਸੀਂ ਚੇਤੇ ਕਰਾਉਣੇ ਆ। ਜੇ ਤੈਨੂੰ ਚੇਤੇ ਨਹੀਂ, ਚੇਤਨਾ ਹੈ ਤੋ ਚੇਤ ਲੈ, ਫਿਰ ਤੂੰ ਹੁਣ ਚੇਤੇ ਕਰ ਲਾ। ਨਿਸ ਦਿਨ ਮੈਂ ਪ੍ਰਾਨੀ। ਮਹਾਰਾਜ ਜੀ ਕਿੰਨਾ ਸਮਾਂ ਚੇਤੇ ਕਰਿਆ ਕਰਾਂ? ਹਜੂਰ 5 ਮਿੰਟ ਬੈਠਾ ਹਾਂ, ਮੇਰੇ ਤੋਂ ਬੈਠਾ ਨਹੀਂ ਜਾਂਦਾ। ਮਹਾਰਾਜ ਜੀ ਕਹਿੰਦੇ ਹਨ, ਰਾਤ ਦਿਨ ਦੀ ਸੰਗਿਆ ਨਾਲ ਚੇਤੇ ਕਰਿਆ ਕਰ। ਛਿਨ ਛਿਨ ਔਦ ਬਿਹਾਤ ਹੈ। ਮਹਾਰਾਜ ਜੀ ਕਹਿੰਦੇ ਹਨ, ਛਿਨ ਛਿਨ ਔਦ ਬਿਹਾਤ ਹੈ,
ਭਾਵ ਜਿਹੜਾ ਆ ਸਮਾਂ ਸਾਧ ਸੰਗਤ ਜੀ ਸਤ ਸੰਗਤ ਵਿੱਚ ਲੇਖੇ ਵਿੱਚ ਲੱਗ ਰਿਹਾ ਹੈ, ਨਹੀਂ ਤਾਂ ਇੱਕ ਇੱਕ ਸਵਾਸ ਬਹਿੰਦਾ ਜਾ ਰਿਹਾ ਹੈ, ਬੰਦਾ ਖਰਾਬ ਹੀ ਕਰੀ ਜਾ ਰਿਹਾ ਹੈ। ਮਹਾਰਾਜ ਜੀ ਕਹਿੰਦੇ ਹਨ, ਦੇਖ ਇਹ ਛਿਨ ਛਿਨ ਦੀ ਸੰਗਿਆ ਨਾਲ ਸਭ ਕੁਝ ਘਟਦਾ ਜਾ ਰਿਹਾ ਹੈ। ਹਜੂਰ ਮੈਨੂੰ ਤਾਂ ਲੱਗਦਾ ਹੈ ਮੇਰੀ ਪ੍ਰਾਪਰਟੀ ਵੱਧ ਰਹੀ ਹੈ, ਹਜੂਰ ਮੈਨੂੰ ਲੱਗਦਾ ਹੈ ਮੇਰੇ ਖਾਤੇ ਵਿੱਚ ਮਾਇਆ ਵੱਧ ਰਹੀ ਹੈ। ਹਜੂਰ ਕਹਿੰਦੇ ਹਨ, ਦੇਖ ਘਟੰਤ ਰੂਪੰ ਘਟੰਤ ਦੀਪੰ। ਮਹਾਰਾਜ ਜੀ ਕਹਿੰਦੇ ਹਨ, ਜਿਹੜੇ ਤੂੰ ਇਹ ਦੇਹੀ ਦਾ ਮਾਣ ਕਰਦਾ ਹੈ, ਮੈਂ ਬੜਾ ਸੋਹਣਾ ਹਾਂ ਜਾਂ ਮੈਂ ਬੜਾ ਸੁੰਦਰ ਲੱਗਦਾ ਹਾਂ। ਹਜੂਰ ਕਹਿੰਦੇ ਹਨ, ਇਹ ਰੂਪ ਘਟ ਜਾਂਦਾ ਹੈ, ਝੁਰੜੀਆਂ ਪੈ ਜਾਂਦੀਆਂ ਹਨ, ਜਾਂ ਘਟਣ ਵਾਲਾ ਹੈ ਜਾਂ ਘਟੇਗਾ। ਹਜੂਰ ਕਹਿੰਦੇ ਹਨ, ਘਟੰਤ ਦੀਪੰ। ਦੀਪੰਗ ਤੋਂ ਭਾਵ ਜੇ ਨੇਤਰਾਂ ਦੀ ਜੋ ਰੌਸ਼ਨੀ ਹੈ ਸਾਧ ਸੰਗਤ ਜੀ ਉਮਰ ਦੇ ਨਾਲ ਘਟਦੀ ਜਾ ਰਹੀ ਹੈ। ਘਟੰਤ ਰਵ ਸਸੀਰ ਨਿਖੱਤਰ ਗਗਨੰ। ਹਜੂਰ ਕਹਿੰਦੇ ਹਨ, ਦੇਖ ਰਵ ਸਸ ਸੂਰਜ ਕੀ ਚੰਦਰਮਾ, ਸਸੀਰ ਸੂਰਜ ਦੇ ਵੈਰੀ ਰਵ ਕੇਤੂ, ਤਾਰੇ ਤੇ ਗਗਨ ਅੰਤਰ ਜੋ ਸਭ ਕੁਝ ਹੈ। ਮਹਾਰਾਜ ਜੀ ਕਹਿੰਦੇ ਹਨ, ਇਹ ਘਟਦਾ ਜਾ ਰਿਹਾ ਹੈ। ਸੂਰਜ ਵੀ ਸਾਧ ਸੰਗਤ ਜੀ એનર્ਜੀ ਛੱਡਦਾ ਹੈ, ਉਹਦੀ ਵੀ એનર્ਜੀ ਘਟਦੀ ਜਾ ਰਹੀ ਹੈ, ਜਾਂ ਘਟ ਜਾਵੇਗਾ, ਜਾਂ ਆਉਣ ਵਾਲੇ ਸਮੇਂ ਵਿੱਚ ਤੁਸੀਂ ਦੇਖੋਗੇ। ਘਟੰਤ ਬਸੁਦਾ ਗਿਰ ਤਰ ਸ੍ਰੀਖੰਡੰ। ਮਹਾਰਾਜ ਜੀ ਕਹਿੰਦੇ ਹਨ, ਧਰਤੀ ਵੀ ਘਟਦੀ ਜਾ ਰਹੀ ਹੈ। ਰਾਵ ਸਾਸ ਅੱਗੇ ਹਜੂਰ ਕਹਿੰਦੇ ਹਨ, ਗਿਰ ਜੋ ਪਹਾੜ ਤੈਨੂੰ ਦਿਖਦੇ ਹਨ, ਜੋ ਬ੍ਰਿਸ਼ ਹੁੰਦੇ ਹਨ, ਉਹ ਤਾਂ ਸਾਧ ਸੰਗਤ ਜੀ ਹਜੂਰ ਕਹਿੰਦੇ ਹਨ ਸਭ ਕੁਝ ਘਟਣ ਵੱਲ ਜਾ ਰਿਹਾ ਹੈ। ਘਟੰਤ ਲਲਣਾ ਸੁਤ ਭਰਾਤ ਹੀਤੰ। ਉਮਰ ਦੇ ਨਾਲ ਸਾਧ ਸੰਗਤ ਜੀ ਜੋ ਭਰਾਵਾਂ ਦਾ ਮੋਹ ਹੈ, ਨਿੱਕੇ ਹੁੰਦੇ ਜਿਹੜੇ ਸਾਹਾਂ 'ਚ ਸਾਹ ਲੈਂਦੇ ਸੀ, ਜ਼ਮੀਨ ਕਰਕੇ ਸਾਧ ਸੰਗਤ ਜੀ ਕਈ ਵਾਰ ਐਸਾ ਸਮਾਂ ਆਉਂਦਾ ਹੈ ਤੁੱਛ ਦੀਆਂ ਚੀਜ਼ਾਂ ਕਰਕੇ ਬੁਲਾਉਂਦੇ ਨਹੀਂ। ਮਹਾਰਾਜ ਜੀ ਕਹਿੰਦੇ ਹਨ, ਦੇਖ ਮਾਤਾ ਦਾ ਪ੍ਰੇਮ ਜੋ ਛੋਟੇ ਹੁੰਦਿਆਂ ਸੀ, ਇਹ ਵੀ ਕਿਤੇ ਨਾ ਕਿਤੇ ਘਟਦਾ ਜਾਂਦਾ ਹੈ ਹੌਲੀ ਹੌਲੀ ਉਮਰ ਦੇ ਨਾਲ। ਘਟੰਤ ਕਨਕ ਮਾਨਕ ਮਾਇਆ ਸਵਰੂਪੰ। ਮਹਾਰਾਜ ਜੀ ਜੇ ਸਭ ਕੁਝ ਘਟ ਰਿਹਾ ਹੈ, ਕੋਈ ਐਸੀ ਵੀ ਚੀਜ਼ ਹੈ ਜਿਹੜੀ ਨਹੀਂ ਘਟ ਰਹੀ। ਹਜੂਰ ਕਹਿੰਦੇ ਹਨ, ਨਹਿ ਘਟੰਤ ਕੇਵਲ ਗੋਪਾਲ ਅਚੁੱਤ। ਜੋ ਪਾਰ ਬ੍ਰਹਮ ਸੁਆਮੀ ਅਕਾਲ ਪੁਰਖ ਵਾਹਿਗੁਰੂ ਹੈ, ਉਹ ਕੱਲਾ ਨਹੀਂ ਘਟਦਾ, ਜਾਂ ਉਸ ਦਾ ਜਪਿਆ ਹੋਇਆ ਨਾਮ ਨਹੀਂ ਘਟਦਾ। ਹਜੂਰ ਕਹਿੰਦੇ ਹਨ, ਅਸਥ੍ਰਿੰਗ ਨਾਨਕ ਸਾਧ ਜਨ। ਮਹਾਰਾਜ ਜੀ ਕਹਿੰਦੇ ਹਨ, ਜੋ ਤੂੰ ਇਹ ਸਤ ਸੰਗਤ ਵਿੱਚ ਸਮਾਂ ਬਤੀਤ ਕਰ ਰਿਹਾ ਹੈ, ਜੋ ਵਾਹਿਗੁਰੂ ਦਾ ਨਾਮ ਜਪਦਾ ਹੈ, ਉਹ ਨਹੀਂ ਘਟਦਾ ਕਦੇ। ਫਿਰ ਮਹਾਰਾਜ ਜੀ ਭਜਨ ਕਦੋਂ ਕਰਨਾ ਚਾਹੀਦਾ ਹੈ? ਮਹਾਰਾਜ ਜੀ ਜੋ ਤੁਸੀਂ ਕਹਿੰਦੇ ਹੋ ਉਹ ਨਾਮ ਨਹੀਂ ਘਟਦਾ, ਹਜੂਰ ਕਦੋਂ ਜਪਿਆ ਕਰਾਂ? ਤਾਂ ਹਜੂਰ ਕਹਿੰਦੇ ਹਨ, ਨਹਿ ਬਿਲੰਬ ਧਰਮੰ ਬਿਲੰਬ ਪਾਪੰ। ਮਹਾਰਾਜ ਜੀ ਕਹਿੰਦੇ ਹਨ, ਧਰਮ ਦੇ ਕੰਮ ਕਰਨ ਵਾਸਤੇ ਗੁਰਸਿੱਖਾ ਕਦੇ ਦੇਰੀ ਨਾ ਕਰਿਆ ਕਰ, ਤੇ ਜਦੋਂ ਕੋਈ ਪਾਪ ਕਰਨ ਦਾ ਸਮਾਂ ਹੋਵੇ ਤਾਂ ਦੇਰੀ ਕਰ ਦਿਆ ਕਰ। ਇਹ ਸਾਧ ਸੰਗਤ ਜੀ ਹਜੂਰ ਦੇ ਬਚਨ ਹਨ ਕਿ ਜੇ ਆਪਾਂ ਧਰਮ ਦੇ ਕੰਮ ਕਰਨ ਵਿੱਚ ਦੇਰੀ ਕਰੀਏ ਤਾਂ ਹੌਲੀ ਹੌਲੀ ਬੰਦੇ ਦਾ ਮਨ ਢਿੱਲਾ ਪੈਂਦਾ ਪੈਂਦਾ ਫਿਰ ਉਹ ਦੇਰ ਹੀ ਕਰ ਦਿੰਦਾ ਹੈ ਕਿ ਅੱਜ ਨਾਮ ਜਪਾ ਕਰਾਂਗਾ। ਕਈ ਤਾਂ ਸਾਧ ਸੰਗਤ ਜੀ ਪ੍ਰੇਮ ਵਿੱਚ ਰੋਜ਼ ਹੀ ਪਲਾਨ ਬਣਾਉਂਦੇ ਨੇ, ਕੱਲ ਨੂੰ ਅੰਮ੍ਰਿਤ ਵੇਲੇ ਉੱਠਿਆ ਕਰਾਂਗਾ, ਆ ਕਰਿਆ ਕਰਾਂਗਾ। ਪਰ ਮਹਾਰਾਜ ਜੀ ਕਹਿੰਦੇ ਹਨ, ਬਿਲੰਬ ਨਹਿ ਬਿਲੰਬ ਧਰਮੰ। ਧਰਮ ਦੇ ਕੰਮ ਕਰਨ ਵਿੱਚ ਦੇਰੀ ਨਹੀਂ ਕਰਨੀ ਚਾਹੀਦੀ, ਕਿਉਂਕਿ ਸਾਧ ਸੰਗਤ ਜੀ ਕੋਈ ਪਤਾ ਨਹੀਂ ਤੇ ਪਾਪ ਕਰਨ ਵਿੱਚ ਦੇਰੀ ਕਰ ਦੇਣੀ ਚਾਹੀਦੀ ਹੈ, ਕਿਉਂਕਿ ਫਿਰ ਪਾਪ ਪਿੱਛੇ ਟਲ ਜਾਂਦਾ ਹੈ। ਮਹਾਰਾਜ ਜੀ ਕਹਿੰਦੇ ਹਨ, ਨਾਮ ਜਪਿਆ ਕਰ, ਸਭ ਕੁਝ ਘਟ ਜਾਣ ਵਾਲਾ ਹੈ। ਫੂਟੈ ਘਟ ਜਿਉ ਪਾਣੀ। ਜਿਸ ਤਰ੍ਹਾਂ ਸਾਧ ਸੰਗਤ ਜੀ ਘੜਾ ਹੁੰਦਾ ਹੈ, ਘੜੇ ਦੇ ਵਿੱਚ ਜੇ ਛੇਦ ਜਾਂ ਭਾਵ ਤਰੇੜ ਹੀ ਪੈ ਜਾਵੇ ਤਾਂ ਸਾਧ ਸੰਗਤ ਜੀ ਉਸ ਵਿੱਚੋਂ ਵੀ ਪਾਣੀ ਸਿਮ ਸਿਮ ਕੇ ਘੜਾ ਖਾਲੀ ਹੋ ਜਾਂਦਾ ਹੈ। ਪਰ ਇਸ ਬੰਦੇ ਦੇ ਸਰੀਰ ਵਿੱਚ ਸਾਧ ਸੰਗਤ ਜੀ ਸਵਾਸ ਟਿਕੇ ਹੋਏ ਹਨ ਤੇ 9 ਦਰਵਾਜ਼ੇ ਹਨ, ਜੋ ਇਹ 9 ਗੋਲਖਾਂ ਹਨ, ਤਾਂ ਕਿਤੋਂ ਵੀ ਕੀ ਭਰੋਸਾ ਹੈ ਹਜੂਰ ਕਹਿੰਦੇ ਇਸ ਸਰੀਰ ਦਾ। ਇਸੇ ਤਰ੍ਹਾਂ ਸਾਧ ਸੰਗਤ ਜੀ ਜਾਂ ਛੇਦ ਤੇ ਤਰੇੜ ਤੋਂ ਭਾਵ ਗੁਰਸਿੱਖ ਕਦੇ ਮਾੜੀ ਸੰਗਤ ਵਿੱਚ ਨਹੀਂ ਜਾਂਦੇ। ਛੇਦ ਤੋਂ ਭਾਵ ਜੋ ਸਾਧ ਸੰਗਤ ਜੀ ਜਮਾ ਹੀ ਮਾੜੀ ਸੰਗਤ ਹੋਵੇ। ਤਰੇੜ ਤੋਂ ਭਾਵ ਜਿੱਥੇ ਕੋਈ ਮਾੜੀ ਮੋਟੀ ਕੋਈ ਐਸੇ ਬਚਨ ਕਰਨ ਜਿੱਥੋਂ ਸਾਨੂੰ ਵਾਹਿਗੁਰੂ ਤੋਂ ਟੁੱਟ ਜਾਇਆ ਜਾਵੇ, ਜੋ ਤੋੜਦੇ ਹੋਣ। ਕਹਿੰਦੇ ਹਨ ਸਾਡੀ ਉਮਰ ਘਟ ਜਾਵੇਗੀ ਇਹਨਾਂ ਦੇ ਨਾਲ। ਉਹ ਸਾਧ ਸੰਗਤ ਜੀ ਨਾਮ ਦਾ ਪਾਣੀ ਸੰਭਾਲ ਕੇ ਰੱਖਦੇ ਹਨ। ਇਸੇ ਤਰ੍ਹਾਂ ਹੀ ਛਿਨ ਛਿਨ ਓਦ ਬਿਹਾਤ ਹੈ, ਚੇਤਨਾ ਹੈ। ਚੇਤਨਾ ਹੈ ਤੋ ਚੇਤ ਲੈ। ਇਸੇ ਤਰ੍ਹਾਂ ਸਾਧ ਸੰਗਤ ਜੀ ਚੇਤਨਾ ਹੈ,
ਚੇਤਨਾ ਤੋਂ ਭਾਵ ਜਿਸ ਤਰ੍ਹਾਂ ਸਾਧ ਸੰਗਤ ਜੀ ਜਿੰਦਾ, ਜਿਸ ਤਰ੍ਹਾਂ ਕਾਲ ਪੁਰਖ ਵਾਹਿਗੁਰੂ ਸੱਚ ਦਾ ਆਨੰਦ ਸਰੂਪ ਹਨ, ਸਤ ਚਿੱਤ ਤੇ ਆਨੰਦ ਸਰੂਪ। ਇਸ ਤੋਂ ਭਾਵ ਹੈ ਜਿਸ ਤਰ੍ਹਾਂ ਸਾਧ ਸੰਗਤ ਜੀ ਕਾਲ ਪੁਰਖ ਵਾਹਿਗੁਰੂ ਸਤ ਹੈ, ਤੇ ਜੇ ਬੰਦਾ ਕਵੇ ਸਤ ਤਾਂ ਸਭ ਕੁਝ ਪ੍ਰਤੀਤ ਹੁੰਦਾ ਹੈ, ਆ ਬਿਲਡਿੰਗਾਂ ਆ ਘਰ, ਫਿਰ ਕਹਿੰਦੇ ਹਨ ਉਹ ਚੇਤਨ ਭਾਵ ਚੇਤਨ ਸਰੂਪ ਹੈ। ਉਸ ਤਰ੍ਹਾਂ ਸਾਧ ਸੰਗਤ ਜੀ ਜਿਸ ਤਰ੍ਹਾਂ ਫਿਰ ਬੰਦੇ ਨੂੰ ਕਹਿੰਦਾ ਹੈ ਸੂਰਜ ਵੀ ਤਾਂ ਤੁਰਦਾ ਹੀ ਹੈ, ਉਹਦੇ ਵਿੱਚ ਵੀ ਤਾਂ ਮੰਨਿਆ ਜਾਂਦਾ ਹੈ, ਤਾਂ ਸਾਧ ਸੰਗਤ ਜੀ ਫਿਰ ਉਹ ਸੂਰਜ ਤਪਸ਼ ਦਿੰਦਾ ਹੈ, ਪਰ ਵਾਹਿਗੁਰੂ ਆਨੰਦ ਸਰੂਪ ਹੈ, ਸਤ ਚਿੱਤ ਆਨੰਦ ਸਰੂਪ ਹੈ। ਇਸੇ ਤਰ੍ਹਾਂ ਜਿਹੜੀ ਮਾਇਆ ਹੈ ਉਹ ਅਸਤ ਤੇ ਭਾਵ ਜੜ ਤੇ ਦੁੱਖ ਰੂਪ ਹੈ। ਮਹਾਰਾਜ ਜੀ ਕਹਿੰਦੇ ਹਨ ਦੇਖ ਜੇ ਚੇਤਨਾ, ਚੇਤਨਾ ਤੋਂ ਭਾਵ ਜੇ ਤੂੰ ਜਿੰਦਾ ਹੈ, ਮਹਾਰਾਜ ਜੀ ਕਹਿੰਦੇ ਹਨ ਤਾਂ ਜਿੰਦਾ ਪੁਰਖ ਦਾ ਕੀ ਕਰਤਵ ਹੈ, ਨਾਮ ਜਪਿਆ ਕਰ ਚੇਤੇ ਕਰ ਲਾ ਨਿਸ ਦਿਨ ਮੈਂ ਪ੍ਰਾਨੀ। ਹਜੂਰ ਕਹਿੰਦੇ ਹਨ ਮੁਰਦੇ ਨੂੰ ਕੀ ਕਹਿਣਾ ਹੈ, ਪ੍ਰਾਣੀ ਤੂੰ ਚੇਤੇ ਕਰ ਲਾ, ਰਾਤ ਦਿਨ ਦੀ ਸੰਗਿਆ ਨਾਲ ਚੇਤੇ ਕਰਿਆ ਕਰ। ਛਿਨ ਛਿਨ ਔਦ ਬਿਹਾਤ ਹੈ। ਮਹਾਰਾਜ ਜੀ ਕਹਿੰਦੇ ਹਨ ਦੇਖ ਛਿਨ ਛਿਨ ਦੀ ਸੰਗਿਆ ਨਾਲ ਤੇਰੀ ਔਦ ਬੀਤਦੀ ਜਾ ਰਹੀ ਹੈ। ਨੈਣ ਹੋ ਨੀਂਦ ਪਰ ਦ੍ਰਿਸ਼ਟ ਵਿਕਾਰ। ਜਿਸ ਤਰ੍ਹਾਂ ਸਾਧ ਸੰਗਤ ਜੀ ਜਿਹੜੇ ਨੈਣ ਹਨ ਇਹਨਾਂ ਵਿੱਚ ਨੀਂਦ ਆ ਗਈ ਹੈ, ਕਾਦੀ ਨੀਂਦ, ਇਹਨਾਂ ਨੂੰ ਰਸ ਲੱਗ ਗਏ ਹਨ ਪਰ ਦ੍ਰਿਸ਼ਟ ਪਰਾਈ ਚੀਜ਼ ਵੱਲ ਤੱਕਣ ਦੇ। ਜਿਸ ਤਰ੍ਹਾਂ ਸਾਧ ਸੰਗਤ ਜੀ ਪਰਾਏ ਦੀ ਪ੍ਰਾਪਰਟੀ ਜ਼ਿਆਦੀ ਲੱਗਦੀ ਹੈ, ਪਰ ਇਸੇ ਤਰ੍ਹਾਂ ਆਪਣੀ ਅਕਲ ਹਰੇਕ ਨੂੰ ਜਿਸ ਤਰ੍ਹਾਂ ਕਹਿੰਦੇ ਹਨ ਆਪਣੀ ਅਕਲ ਤੇ ਪਰਾਇਆ ਧਨ ਸਭ ਨੂੰ ਵੱਡਾ ਲੱਗਦਾ ਹੈ। ਮਹਾਰਾਜ ਜੀ ਕਹਿੰਦੇ ਹਨ ਸ਼ਰਵਣ ਸੋਏ ਸੁਣ ਨਿੰਦ ਵਿਚਾਰ। ਇਹ ਬੰਦਾ ਜਿੰਦਾ ਨਹੀਂ ਮਰ ਗਿਆ ਹੈ, ਨੇਤਰ ਤਾਂ ਇਸ ਦੇ ਵਿਕਾਰਾਂ ਵਿੱਚ ਲੱਗ ਗਏ ਹਨ ਤੇ ਕੰਨ ਕਿੱਥੇ ਸੌਂ ਗਏ ਨੇ। ਹਜੂਰ ਕਹਿੰਦੇ ਹਨ ਨਿੰਦਾ ਚੁਗਲੀ ਕਰਨ ਵਿੱਚ ਇਸ ਦੇ ਕੰਨ ਸੌਂ ਗਏ ਹਨ। ਰਸਨਾ ਸੋਈ ਲੋਭ ਮਿੱਠੇ ਸਾਧ। ਜਿਹੜੀ ਇਸ ਦੀ ਜੀਭ ਹੈ ਇਹ ਕਿਤੇ ਦੇਖਦਾ ਹੀ ਨਹੀਂ, ਪੱਖ ਸਭ ਕੁਝ ਛਕੀ ਜਾਂਦਾ ਹੈ, ਲੋਭ ਦੇ ਵਿੱਚ ਲੱਗਦਾ ਦੇਖਦਾ ਹੈ, ਉੱਥੇ ਹੀ ਇਹਦੀ ਜ਼ੁਬਾਨ ਖਿਸਕ ਜਾਂਦੀ ਹੈ। ਹਜੂਰ ਕਹਿੰਦੇ ਹਨ ਮਨ ਸੋਇਆ ਮਾਇਆ ਬਿਸਮਾਦ। ਇਸ ਜੀਵ ਦਾ ਮਨ ਵੀ ਸੌਂ ਚੁੱਕਿਆ ਹੈ। ਇਸ ਗ੍ਰਹਿ ਮਹਿ ਕੋਈ ਜਾਗਤ ਰਹਿ, ਸਾਬਤ ਵਸਤ ਉਹ ਆਪਣੀ ਲਹੈ। ਮਹਾਰਾਜ ਜੀ ਕਹਿੰਦੇ ਹਨ ਜੇ ਤੈਨੂੰ ਚੇਤਾ ਏ ਤਾਂ ਚੇਤੇ ਕਰ ਲਾ ਕਾਲ ਪੁਰਖ ਵਾਹਿਗੁਰੂ ਨੂੰ, ਜੇ ਤੂੰ ਜਿੰਦਾ ਹੈ। ਫੂਟੈ ਕਟ ਜਿਉ ਪਾਨੀ। ਹਜੂਰ ਅੱਗੇ ਹੱਥ ਜੋੜ ਕੇ ਗੁਰਸਿੱਖਾਂ ਨੇ ਪੁੱਛਿਆ ਹਜੂਰ ਕਿੰਨਾ ਸਮਾਂ ਤੀਕਰ ਨਾਮ ਜਪਿਆ ਜਾਵੇ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਫਰਮਾਉਂਦੇ ਹਨ ਹਜੂਰ ਮਹਾਰਾਜ ਜੀ ਕਿੰਨਾ ਸਮਾਂ ਤੀਕਰ ਨਾਮ ਜਪਿਆ ਜਾ ਸਕੇ, ਹਜੂਰ ਕਿਰਪਾ ਕਰੋ। ਹਜੂਰ ਫਰਮਾਉਂਦੇ ਹਨ ਜਬ ਲਗ ਜਰਾ ਰੋਗ ਨਹੀਂ ਆਇਆ। ਦੇਖ ਜਿੰਨਾ ਚਿਰ ਤੇਰਾ ਸਰੀਰ ਬੁਢਾਪੇ ਦੇ ਵਿੱਚ ਰੋਗੀ ਹੋ ਕੇ, ਜਿੰਨਾ ਚਿਰ ਤੇਰੇ ਮੂੰਹ ਦੇ ਵਿੱਚੋਂ ਨਾਮ ਕੱਢਣ ਦੀ ਤੂੰ ਅਸਮਰੱਥ ਹੋ ਜਾਣਾ ਹੈ, ਉਹਨੇ ਸਮੇਂ ਤੀਕਰ ਜਪਣਾ ਚਾਹੀਦਾ ਹੈ। ਜਬ ਲਗ ਕਾਲ ਗ੍ਰਸੀ ਨਹੀਂ ਕਾਇਆ। ਮਹਾਰਾਜ ਜੀ ਕਹਿੰਦੇ ਹਨ ਜਿੰਨਾ ਚਿਰ ਕਾਲ ਨੇ ਤੈਨੂੰ ਆ ਕੇ ਉੱਤੋਂ ਫੜ ਨਹੀਂ ਲਿਆ ਉਹਨਾਂ ਚਿਰ ਨਾਮ ਜਪਿਆ ਕਰ। ਜਬ ਲਗ ਬਿਕਲ ਭਈ ਨਹੀਂ ਬਾਨੀ। ਜਿੰਨਾ ਚਿਰ ਤੇਰੇ ਮੁਖ ਦੇ ਵਿੱਚ ਰਸਨਾ ਹੈ। ਸਾਧ ਸੰਗਤ ਜੀ ਜਦੋਂ ਬੁਢੇਪਾ ਆ ਜਾਂਦਾ ਹੈ ਫਿਰ ਮੁਖ ਚੋਂ ਕਹਿੰਦਾ ਤਾਂ ਰਾਮ ਹੈ, ਲਾਮ ਹੋਰ ਹੀ ਕੁਝ ਨਿਕਲਦਾ ਹੈ, ਵਾਹਿਗੁਰੂ ਵੀ ਨਹੀਂ ਨਿਕਲਦਾ। ਹਜੂਰ ਕਹਿੰਦੇ ਹਨ ਜਿੰਨਾ ਚਿਰ ਤੇਰੇ ਮੂੰਹ ਦੇ ਵਿੱਚੋਂ ਨਿਕਲਦੀਆਂ ਆਵਾਜ਼ਾਂ ਕਾਇਮ ਹਨ। ਮਹਾਰਾਜ ਜੀ ਕਹਿੰਦੇ ਹਨ ਭਜ ਲਿਹ ਰੇ ਮਨ ਸਾਰੰਗ ਪਾਨੀ। ਮਹਾਰਾਜ ਜੀ ਕਹਿੰਦੇ ਹਨ ਉਸ ਕਾਲ ਪੁਰਖ ਵਾਹਿਗੁਰੂ ਦਾ ਭਜਨ ਕਰਿਆ ਕਰ, ਕਿਉਂਕਿ ਛਿਨ ਛਿਨ ਔਦ ਬਿਆਤ ਹੈ, ਫੂਟੈ ਘਟ ਜਿਉ ਪਾਨੀ। ਜਿਸ ਤਰ੍ਹਾਂ ਘੜੇ ਦੇ ਵਿੱਚੋਂ ਟੁੱਟੇ ਹੋਏ ਦੇ ਵਿੱਚੋਂ ਪਾਣੀ ਨਿਕਲ ਜਾਂਦਾ ਹੈ। ਮਹਾਰਾਜ ਜੀ ਕਹਿੰਦੇ ਹਨ ਦੇਖ ਤੂੰ ਬੜੇ ਪਲਾਨ ਬਣਾਉਣਾ ਹੈ, ਫਿਰ ਜਪਿਆ ਕਰਾਂਗਾ, ਥੋੜਾ ਵੱਡਾ ਹੋ ਜਾ ਫਿਰ ਜਾ ਕੇ ਅੰਮ੍ਰਿਤ ਛਕ ਲਵਾਂਗਾ। ਜਾਂ ਕਈ ਕਹਿੰਦੇ ਹਨ ਕਿ ਮੈਂ ਹੁਣ ਬੁਢਾਪੇ ਵਿੱਚ ਅੰਮ੍ਰਿਤ ਛਕਾਂਗਾ, ਪਰ ਸਾਧ ਸੰਗਤ ਜੀ ਹਜੂਰ ਕਹਿੰਦੇ ਹਨ ਕਦੋਂ ਵੀ ਘੜਾ ਖਾਲੀ ਹੋ ਜਾਵੇਗਾ। ਇਸ ਕਰਕੇ ਤੈਨੂੰ ਅਸੀਂ ਚੇਤੇ ਕਰਾਉਣੇ ਹਾਂ, ਹੇ ਸਿੱਖਾ ਚੇਤੇ ਕਰ ਲਾ। ਰਹਾਉ ਵਿਸ਼ਰਾਮ ਦੇ ਕੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਾਨੂੰ ਚੇਤਾ ਕਰਾਉਂਦੇ ਹਨ। ਹਰ ਗੁਣ ਕਹ ਨ ਗਾਵਹੀ। ਇਹ ਸਾਧ ਸੰਗਤ ਜੀ ਮਹਾਰਾਜ ਜੀ ਸਾਨੂੰ ਪੁੱਛ ਰਹੇ ਹਨ ਤੇ ਹੁਣ ਆਪ ਹੀ ਉੱਤਰ ਦਵੋ। ਮਹਾਰਾਜ ਜੀ ਕਹਿੰਦੇ ਹਨ ਹਰ ਗੁਣ ਕਾਹੇ ਨਾ ਗਾਵਹੀ। ਮਹਾਰਾਜ ਜੀ ਸਾਡੇ ਨਾਲ ਬਚਨ ਕਰ ਰਹੇ ਹਨ। ਦੱਸੋ ਸਾਧ ਸੰਗਤ ਜੀ ਹਜੂਰ ਪੁੱਛ ਰਹੇ ਹਨ ਹਰ ਗੁਣ ਕਾਹੇ ਨਾ ਗਾਵਹੀ।
ਮਹਾਰਾਜ ਜੀ ਮੈਂ ਬਿਜ਼ੀ ਬਹੁਤ ਹੁੰਨਾ ਹਾਂ, ਮੈਨੂੰ ਕੰਮ ਬਹੁਤ ਹੁੰਦੇ ਨੇ। ਹਜੂਰ ਤੁਹਾਨੂੰ ਤਾਂ ਪਤਾ ਹੀ ਹੈ, ਇਹ ਤਨ ਚੇਤਨ ਚੇਤਨ ਹੇਤ ਦਿਓ, ਨਹਿ ਭੋਗਣ ਹੇਤ ਜਗਦੀਸ਼ ਦਿਓ। ਆਪ ਕਹਿੰਦੇ ਹੋ ਚੇਤਾ ਕਰਨ ਵਾਸਤੇ ਦਿੱਤਾ ਹੈ, ਪਰ ਮੈਨੂੰ ਤਾਂ ਲੱਗਦਾ ਸੀ ਪਦਾਰਥ ਇਕੱਠੇ ਕਰਨ ਵਾਸਤੇ ਹਜੂਰ ਆਪ ਜੀਆਂ ਨੇ ਦਿੱਤਾ ਹੈ। ਇਸੇ ਤਰ੍ਹਾਂ ਸਾਧ ਸੰਗਤ ਜੀ ਫਿਰ ਤੋਂ ਇਸੇ ਤਰ੍ਹਾਂ ਹੀ ਹਰ ਗੁਣ ਕਾਹੇ ਨਾ ਗਾਵਹੀ। ਮਹਾਰਾਜ ਜੀ ਕਹਿੰਦੇ ਹਨ, ਹੇ ਪੁੱਤਰਾ ਹਰੀ ਦੇ ਗੁਣ ਤੂੰ ਕਾਹਦੇ ਵਾਸਤੇ ਨਹੀਂ ਗਾਉਂਦਾ? ਮੂਰਖ ਅਗਿਆਨਾ। ਹੇ ਮੂਰਖ, ਹੇ ਅਗਿਆਨਾ, ਭਾਵ ਗਿਆਨ ਤੋਂ ਬਿਨਾਂ ਇਸ ਦੇ ਨੇਤਰ ਹੋ ਗਏ ਹਨ। ਮੂਰਖ ਭਾਵ ਦੂਜਿਆਂ ਦਾ ਮੂੰਹ ਰੱਖਦਾ ਹੈ। ਇਸੇ ਤਰ੍ਹਾਂ ਸਾਧ ਸੰਗਤ ਜੀ ਇਹ ਪ੍ਰੇਮ ਵਾਲਾ ਮੂਰਖ ਹੈ। ਹਜੂਰ ਪਚਕਾਰ ਕੇ ਜੇ ਕਹਿੰਦੇ ਹਨ, ਜਿਵੇਂ ਘਰ ਦੇ ਕਹਿ ਦਿੰਦੇ ਹਨ, ਕਮਲਾ ਹੋ ਗਿਆ ਤੂੰ ਇਹ ਕੰਮ ਕਰੀ ਜਾਂਦਾ ਹੈ। ਮਹਾਰਾਜ ਕਹਿੰਦੇ ਹਨ, ਉਹ ਮੂਰਖਾ ਗਿਆਨੀਆਂ, ਜਪ ਲਿਆ ਕਰ ਨਾਮ, ਹਰ ਗੁਣ ਕਾਹੇ ਨਾ ਗਾਵਹੀ। ਮਹਾਰਾਜ ਜੀ ਕਹਿੰਦੇ ਹਨ, ਕਾਤੋਂ ਨਹੀਂ ਤੂੰ ਕਾਲ ਪੁਰਖ ਵਾਹਿਗੁਰੂ ਦੇ ਗੀਤ ਗਾਉਂਦਾ? ਝੂਠੇ ਲਾਲਚ ਲਾਗ ਕੇ। ਇਹ ਸਾਧ ਸੰਗਤ ਜੀ ਘਰ ਦੇ ਹੀ ਸਹੀ ਸਿੱਖਿਆ ਦਿੰਦੇ ਹਨ, ਬਾਹਰ ਦੇ ਤਾਂ ਕਹਿੰਦੇ ਹਨ ਤੂੰ ਐਸ਼ ਕਰਿਆ ਕਰ, ਕੌਣ ਵੇਂਦਾ ਹੈ। ਪਰ ਮਹਾਰਾਜ ਜੀ ਕਹਿੰਦੇ ਹਨ, ਝੂਠੇ ਲਾਲਚ ਲਾਗ ਕੇ ਦੇਖ, ਤੈਨੂੰ ਜੋ ਲਾਲਚ ਪਿਆ ਹੋਇਆ ਹੈ, ਤੂੰ ਅਰਦਾਸ ਕੀਤੀ ਸੀ ਮਾਤਾ ਦੇ ਪੇਟ ਦੀ ਅਰਦਾਸ, ਭਾਵੇਂ ਤੈਨੂੰ ਨਾ ਯਾਦ ਹੋਵੇ ਜਦੋਂ ਤੂੰ ਪੁੱਠਾ ਲਮਕਿਆ ਸੀ, ਪਰ ਉਹ ਅਰਦਾਸ ਤਾਂ ਚੇਤੇ ਹੋਣੀ ਹੈ ਜਦੋਂ ਕੈਨੇਡਾ ਆਉਣਾ ਸੀ ਤੇ ਕਹਿੰਦਾ ਸੀ ਮਹਾਰਾਜ ਜੀ ਵੀਜ਼ਾ ਲੱਗ ਜਾਵੇ। ਮਹਾਰਾਜ ਜੀ ਕਹਿੰਦੇ ਹਨ, ਉਹਨੂੰ ਹੀ ਚੇਤੇ ਕਰਕੇ ਯਾਦ ਕਰ ਲਿਆ ਕਰ ਕਿ ਵਾਹਿਗੁਰੂ ਤਾਂ ਮੇਰੀਆਂ ਸਾਰੀਆਂ ਗੱਲਾਂ ਸੁਣਦੇ ਹਨ। ਤੇ ਮਹਾਰਾਜ ਜੀ ਮੈਂ ਆਪ ਜੀਆਂ ਦੀ ਇੱਕ ਵੀ ਗੱਲ ਨਹੀਂ ਮੰਨਦਾ। ਝੂਠੇ ਲਾਲਚ ਲਾਗ ਕੇ। ਮਹਾਰਾਜ ਜੀ ਕਹਿੰਦੇ ਹਨ, ਇਸ ਝੂਠੇ ਲਾਲਚ ਵਿੱਚ ਲੱਗ ਕੇ ਨਹਿ ਮਰਨ ਪਛਾਨਾ। ਬੰਦਿਆ ਤੂੰ ਮਰਨ ਪਛਾਣਿਆ ਹੀ ਨਹੀਂ, ਕਿਉਂਕਿ ਸਾਧ ਸੰਗਤ ਜੀ ਕਥਾ ਸੁਣ ਕੇ ਵੀ ਕਹਿ ਦਿੰਦੇ ਹਨ ਕਿ ਅਸੀਂ ਤਾਂ ਐ ਸੁੱਖ ਨਾਲ ਘਰੋਂ ਆਉਣੇ ਸਾਂ ਕਿ ਕੰਮਾਂ ਤੋਂ ਥੱਕੇ ਕਿ ਮਹਾਰਾਜ ਜੀਆਂ ਦੇ ਇੱਥੇ ਦਰਬਾਰ ਵਿੱਚ ਆ ਕੇ ਸ਼ਾਂਤੀ ਮਿਲੇਗੀ, ਪਰ ਅੱਗੇ ਵੀ ਮੌਤ ਦੀ ਗੱਲ ਹੀ ਰੋਜ਼ ਕਥਾ ਵਿੱਚ ਕਰਦੇ ਰਹਿੰਦੇ ਹਨ। ਸਾਧ ਸੰਗਤ ਜੀ ਜੋ ਹਜੂਰ ਸੱਚਾਈ ਦਿਖਾਉਂਦੇ ਹਨ, ਆਪਣੀਆਂ ਅੱਖਾਂ ਤੋਂ ਪਰਦਾ ਚੱਕਦੇ ਹਨ, ਹਜੂਰ ਡਰਾਉਂਦੇ ਥੋੜੀ ਨਾ ਹਨ। ਹਜੂਰ ਤਾਂ ਸਾਨੂੰ ਸੁਚੇਤ ਕਰਦੇ ਹਨ, ਕਮਾਈ ਵੀ ਕਰਿਆ ਕਰ ਪਰ ਨਾਲ ਨਾਮ ਵੀ ਜਪਿਆ ਕਰ, ਤੂੰ ਇਹਨਾਂ ਵਿੱਚ ਹੀ ਖੱਚਤ ਹੋ ਜਾਂਦਾ ਹੈ, ਸਾਰਾ ਸਮਾਂ ਤੇਰਾ ਬਤੀਤ ਹੁੰਦਾ ਜਾਂਦਾ ਹੈ। ਝੂਠੇ ਲਾਲਚ ਲਾਗ ਕੇ ਨਹਿ ਮਰਨ ਪਛਾਨਾ। ਮਹਾਰਾਜ ਜੀ ਅੱਗੇ ਅਰਦਾਸ ਕਰੀਏ, ਮਹਾਰਾਜ ਜੀ ਮੌਤ ਦੀ ਗੱਲ ਸੁਣ ਕੇ ਤਾਂ ਸਾਨੂੰ ਹਜੂਰ ਡਰ ਲੱਗਦਾ ਹੈ, ਨਾਮ ਕਿਵੇਂ ਜਪੀਦਾ ਹੈ ਮਹਾਰਾਜ ਜੀ ਕੁਝ ਪਤਾ ਨਹੀਂ। ਤਾਂ ਪਤਾ ਹੁੰਦਾ ਜੇ ਸਤ ਸੰਗਤ ਕੀਤੀ ਹੁੰਦੀ। ਮਹਾਰਾਜ ਜੀ ਗੁਰਸਿੱਖਾਂ ਦੇ ਘਰਾਂ ਵਿੱਚ ਜਨਮ ਹੋਏ ਹਨ, ਨਾਮ ਪਿੱਛੇ ਵੀ ਸਿੰਘ ਲਾਉਣੇ ਹਾਂ, ਪਰ ਹਜੂਰ ਕਿਸ ਤਰ੍ਹਾਂ ਨਾਮ ਜਪੀਦਾ ਹੈ ਵਿਧੀਆਂ ਹੀ ਪੁੱਛਦੇ ਆਉਨੇ ਹਾਂ। ਮਹਾਰਾਜ ਜੀ ਸੋਹਣੇ ਦਮਾਲੇ ਵੀ ਚਲਾਉਣੇ ਹਾਂ, ਸਭ ਕੁਝ ਬਾਹਰੋਂ ਸਰ ਕੁਝ ਕਰਦੇ ਹਾਂ, ਰੋਟੀਆਂ ਕਾਰਨ ਪੂਰਾ ਤਾਲ। ਮਹਾਰਾਜ ਜੀ ਸਭ ਰੋਟੀਆਂ ਦੇ ਖਾਤਰ ਜੋ ਗੁਰਸਿੱਖ ਬਣ ਕੇ ਬਹਿ ਜਾਂਦੇ ਹਾਂ, ਐ ਇੱਕਰੀ ਗਿਆਨ ਹੀ ਕਰਾ ਦਿੰਦੇ ਹਾਂ। ਹਜੂਰ ਕਿਰਪਾ ਕਰੋ, ਮੌਤ ਦਾ ਡਰ ਹਜੂਰ ਸਾਡੇ ਹਿਰਦੇ ਵਿੱਚ ਲੱਗਾ ਰਹਿੰਦਾ ਹੈ ਕਿ ਪਿੱਛੋਂ ਕੀ ਹੋਵੇਗਾ। ਹੁਣ ਹਜੂਰ ਕਿਰਪਾ ਕਰਦੇ ਹਨ, ਅਜਹੁ ਕਛੁ ਬਿਗੜਿਓ ਨਹੀਂ। ਮਹਾਰਾਜ ਜੀ ਫਰਮਾਉਂਦੇ ਹਨ, ਅਜਹੁ ਕਛ ਬਿਗੜਿਓ ਨਹੀਂ, ਕਿ ਹੇ ਗੁਰਸਿੱਖਾ ਹਜੇ ਵੀ ਕੁਝ ਨਹੀਂ ਵਿਗੜਿਆ। ਜੇ ਪ੍ਰਭ ਗੁਣ ਗਾਵੇ। ਦੇਖ ਪ੍ਰਭੂ ਦੇ ਗੁਣ ਗਾਉਣ ਲੱਗ ਜਾ। ਇਸੇ ਤਰ੍ਹਾਂ ਹਜੂਰ ਕਹਿੰਦੇ ਹਨ, ਹਜੂਰ ਅਸੀਂ ਬਜ਼ੁਰਗ ਹੋ ਗਏ ਹਾਂ, ਮਹਾਰਾਜ ਜੀ ਪਾਪ ਇੰਨੇ ਕੀਤੇ ਨੇ, ਮੇਰੇ ਵਰਗੇ ਨੂੰ ਕੋਈ ਹਜੂਰ ਜਗ੍ਹਾ ਨਹੀਂ ਦੇ ਸਕਦਾ, ਵੱਡਾ ਪਾਪੀ ਹਾਂ ਮਹਾਰਾਜ, ਆਪ ਹੀ ਜੇ ਕਿਰਪਾ ਕਰੋ ਤਾਂ ਰੱਖ ਸਕਦੇ ਹੋ। ਮਹਾਰਾਜ ਜੀ ਵਿਸ਼ਵਾਸ ਘਾਤੀ ਕਿਰਤ ਘਣ ਮੈਂ ਕੋਣਾ ਰਖੰਦਾ, ਹਜੂਰ ਮੇਰੇ ਵਰਗੇ ਨੂੰ ਕੋਈ ਨਹੀਂ ਰੱਖਦਾ। ਹਜੂਰ ਫਰਮਾਉਂਦੇ ਹਨ, ਅਜਹੁ ਕਛ ਬਿਗੜਿਓ ਨਹੀਂ, ਪੁੱਤਰਾ ਕੁਝ ਨਹੀਂ ਵਿਗੜਿਆ, ਆ ਕੇ ਸ਼ਰਨ ਵਿੱਚ ਗੁਰਸਿੱਖਾਂ ਦੀ ਸੰਗਤ ਕਰਿਆ ਕਰ, ਨਾਮ ਜਪਿਆ ਕਰ। ਕਹੋ ਨਾਨਕ ਤਹਿ ਭਜਨ ਤੇ। ਮਹਾਰਾਜ ਜੀ ਕਹਿੰਦੇ ਹਨ, ਉਸ ਦੇ ਭਜਨ ਕਰਨ ਨਾਲ ਹਜੂਰ ਕੀ ਪ੍ਰਾਪਤ ਹੁੰਦਾ ਹੈ। ਮਹਾਰਾਜ ਜੀ ਕਹਿੰਦੇ ਹਨ, ਕਰਕੇ ਵੇਖ ਲਾ। ਕਹੋ ਨਾਨਕ ਤਹਿ ਭਜਨ ਤੇ। ਉਸ ਕਾਲ ਪੁਰਖ ਵਾਹਿਗੁਰੂ ਦੇ ਭਜਨ ਨਾਲ ਨਿਰਭੈ ਪਦ ਪਾਵੇ। ਹਜੂਰ ਕਹਿੰਦੇ ਹਨ, ਨਿਰਭੈ ਪਦਵੀ ਨੂੰ ਪਾਵੇਂਗਾ, ਕਾਲ ਤੈਨੂੰ ਖਾ ਨਹੀਂ ਸਕੇਗਾ।
ਮੌਤ ਤੋਂ ਤੂੰ ਪਰੇ ਹੋ ਜਾਏਗਾ। ਸਾਧ ਸੰਗਤ ਜੀ, ਜਿੰਨੇ ਵੀ ਕੌਮ ਦੇ ਮਹਾਨ ਸ਼ਹੀਦ ਹੋਏ ਹਨ, ਨੌਰੰਗਾ ਜੋ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਦੇ ਸਾਹਮਣੇ ਹਜੂਰ ਦੇ ਸਾਧ ਸੰਗਤ ਜੀ ਭਾਈ ਮਤੀ ਦਾਸ ਜੀਆਂ ਦੇ ਸੀਸ ਤੇ ਆਰਾ ਚੱਲਿਆ ਸੀ, ਉਸ ਦਾ ਮੁੱਖ ਮੰਤਵ ਸੀ ਜਦੋਂ ਆਰੇ ਨਾਲ ਸਰੀਰ ਦੋ ਫਾੜ ਹੋਵੇਗਾ, ਹਜੂਰ ਡਰ ਜਾਣਗੇ ਤੇ ਹਿੰਦੂ ਬਣਨ ਵਾਸਤੇ ਤਿਆਰ ਹੋ ਜਾਣਗੇ, ਧਰਮ ਪਰਿਵਰਤਨ ਕਰਨ ਵਾਸਤੇ। ਪਰ ਹਜੂਰ ਦੇ ਤਾਂ ਸਾਧ ਸੰਗਤ ਜੀ ਕਹੈ ਨਾਨਕ ਤਿਹ ਭਜਨ ਤੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇੱਕ ਵਾਰੀ ਮੁਖ ਤੋਂ ਮਹਾਰਾਜ ਜੀਆਂ ਦਾ ਨਾਮ ਲਿਆ, ਨਿਰਭੈ ਪਦਵੀ ਪ੍ਰਾਪਤੀ ਹੁੰਦੀ ਹੈ, ਗੁਰਸਿੱਖ ਨਿਰਭੈ ਹੋ ਜਾਂਦੇ ਹਨ। ਐਸੇ ਸਤਿਗੁਰਾਂ ਨੂੰ ਨਰੰਗਾ ਡਰਾਉਣਾ ਚਾਹੁੰਦਾ ਸੀ। ਮਹਾਰਾਜ ਜੀਆਂ ਦਾ ਨਾਮ ਲਿਆ ਗੁਰਸਿੱਖ ਸਾਧ ਸੰਗਤ ਜੀ, ਜਿਸ ਤਰ੍ਹਾਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ ਸਾਧ ਸੰਗਤ ਜੀ ਤੇ ਕਹਿ ਨਾਨਕ ਤਿਹ ਭਜਨ ਤੇ ਨਿਰਭੈ ਪਦ ਪਾਵੈ, ਨਿਰਭੈ ਪਦਵੀ ਗੁਰਸਿੱਖਾਂ ਨੂੰ ਪ੍ਰਾਪਤ ਹੁੰਦੀ ਹੈ। ਕਹਿ ਨਾਨਕ ਤਹਿ ਭਜਨ ਤੇ। ਮਹਾਰਾਜ ਜੀ ਕਹਿੰਦੇ ਹਨ, ਦੇਖ ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਣੀ, ਜੇ ਤੈਨੂੰ ਚੇਤਾ ਹੈ ਤਾਂ ਚੇਤੇ ਕਰ ਲਾ, ਜਾਂ ਚੇਤ ਨਾ, ਜੇ ਤੈਨੂੰ ਚੇਤਾ ਨਹੀਂ ਹੈ ਤਾਂ ਅਸੀਂ ਤੈਨੂੰ ਚੇਤੇ ਕਰਾਉਣੇ ਹਾਂ। ਚੇਤਾ ਕਰਿਆ ਕਰ, ਉਸ ਕਾਲ ਪੁਰਖ ਵਾਹਿਗੁਰੂ ਦਾ ਭਜਨ ਕਰਿਆ ਕਰ। ਕਹਿ ਨਾਨਕ ਤਹਿ ਭਜਨ ਤੇ। ਮਹਾਰਾਜ ਜੀ ਕਹਿੰਦੇ ਹਨ, ਉਸ ਦੇ ਕਾਲ ਪੁਰਖ ਵਾਹਿਗੁਰੂ ਦੇ ਭਜਨ ਕਰਨ ਨਾਲ ਨਿਰਭੈ ਪਦ ਪਾਵੇ, ਨਿਰਭੈ ਪਦਵੀ ਨੂੰ ਪ੍ਰਾਪਤ ਹੋਵੇਗਾ। ਹਉ ਮਤ ਮੰਦ ਅਨਾਥ ਹੈ ਨਾਥ, ਦਾਰਿਦਰ ਹਰੋ ਮੋਹਿ ਲੇਹੁ ਉਬਾਰੋ, ਦਾਸ ਗੋਬਿੰਦ ਵਿਜੈ ਸਤਿਗੁਰ ਕੀ, ਬਾਹ ਦੇ ਮੋਹਿ ਨਿਸਤਾਰੋ। ਮਹਾਰਾਜ ਜੀ ਬਾਂਹ ਫੜ ਲੋ, ਬਾਂਹ ਫੜ ਕੋ ਮੈਨੂੰ ਇਸ ਸੰਸਾਰ ਤੋਂ ਤਾਰ ਲਵੋ, ਕਿਉਂਕਿ ਹਜੂਰ ਸਭ ਕੁਝ ਕਥਨ ਕਰਦੇ ਹਾਂ, ਪਰ ਪ੍ਰੇਮ ਤੇ ਸ਼ਰਧਾ ਦੇ ਨੇਤਰ ਨਹੀਂ ਹੈਗੇ, ਪ੍ਰੇਮ ਤੇ ਸ਼ਰਧਾ ਦੇ ਹੱਥ ਨਹੀਂ ਹੈਗੇ, ਪ੍ਰੇਮ ਤੇ ਸ਼ਰਧਾ ਦੇ ਚਰਨ ਨਹੀਂ ਹੈਗੇ। ਹਜੂਰ ਬਾਂਹ ਫੜ ਕੇ ਕੱਢ ਲਵੋ। ਮਹਾਰਾਜ ਜੀਆਂ ਅੱਗੇ ਅਰਦਾਸ ਕਰਿਆ ਕਰੀਏ। ਹਜੂਰ ਨੇ ਕਿਰਪਾ ਕੀਤੀ ਹੈ, ਜੋ ਹਜੂਰ ਨੇ ਸਾਨੂੰ ਬ੍ਰਹਮ ਗਿਆਨ ਦਾ ਉਪਦੇਸ਼ ਦੇ ਕੇ ਨਿਹਾਲ ਕੀਤਾ ਹੈ। ਹਜੂਰ ਕਿਰਪਾ ਕਰਨ, ਹਜੂਰ ਦਾ ਉਪਦੇਸ਼ ਹਿਰਦੈ ਵਿੱਚ ਵਸੇ। ਧੰਨ ਧੰਨ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸਰਬੱਤ ਸੰਗਤਾਂ ਬਖਸ਼ਣ ਯੋਗ ਹੋ ਬਖਸ਼ ਦੇਣਾ। ਅਰਦਾਸ ਕਰਨੀ ਮਹਾਰਾਜ ਬਲ ਬੁੱਧ ਸਮਰੱਥਾ ਬਖਸ਼ਣ। ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਕਹਿ ਨਾਨਕ ਤਹਿ ਭਜਨ ਤੇ, ਨਿਰਭੈ ਪਦ ਪਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਸਾਜੀ ਨਿਵਾਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਹਜੂਰ ਦੀ ਅਪਾਰ ਕਿਰਪਾ ਦਾ ਸਦਕਾ ਆਪ ਜੀ ਅੰਮ੍ਰਿਤਮਈ ਗੁਰਬਾਣੀ ਦੀ ਪਾਵਨ ਕਥਾ ਸਰਵਣ ਕਰ ਰਹੇ ਸੀ। ਸਮੂਹ ਸੰਗਤ ਵੱਲੋਂ ਗਿਆਨੀ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਕੋਟਾਨ ਕੋਟ ਸ਼ੁਕਰਾਨਾ ਹੈ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ, ਜੋ ਗੁਰਦੇਵ ਪਾਤਸ਼ਾਹ ਜੀਆਂ ਨੇ ਕਿਰਪਾ ਕੀਤੀ ਹੈ ਸਤਸੰਗ ਕਰਨ ਦਾ ਸੁਭਾਗ ਸਮਾਂ ਸਾਨੂੰ ਬਖਸ਼ਿਸ਼ ਕੀਤਾ ਹੈ। ਆਪ ਸਮੂਹ ਸੰਗਤ ਦੇ ਚਰਨਾਂ ਵਿੱਚ ਨਿਮਰ ਬੇਨਤੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਜਿੱਥੇ 10 ਅਪ੍ਰੈਲ ਦੇ ਐਤਵਾਰ ਨੂੰ ਸਵੇਰੇ 6 ਵਜੇ ਅੰਮ੍ਰਿਤ ਸੰਚਾਰ ਹੋਵੇਗਾ,